ਵੈਲਕਮ ਅਗੇਨ एवरीवन टू द ऑनलाइन ਪਲੇਟਫਾਰਮ ਆਫ ਉਡਾਨ ਇੰਸਟੀਚਿਊਟ। ਅੱਜ ਦੇ ਲੈਕਚਰ ਦੇ ਵਿੱਚ ਆਪਣੇ ਜਿਹੜੇ ਲਾਸਟ ਕੁਐਸਚਨਸ ਰਹਿ ਗਏ ਸੀ ਆਪਾਂ ਉਹਨਾਂ ਨੂੰ ਕੰਪਲੀਟ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਕੁਐਸਚਨਸ ਹੈਗਾ ਕੱਲ ਤੱਕ ਆਪਣੇ 35 ਤੱਕ ਕੁਐਸਚਨਸ ਹੋ ਗਏ ਸੀ। ਨੈਕਸਟ ਕੁਐਸਚਨ ਕੀ ਹੈਗਾ, ਦ ਕਲਰ ਆਫ ਸਟਾਰ ਇੰਡੀਕੇਟਸ। ਕੋਈ ਵੀ ਸਟਾਰ ਹੈਗਾ ਉਹਦਾ ਜਿਹੜਾ ਕਲਰ ਹੈ ਉਹ ਆਪਾਂ ਨੂੰ ਕੀ ਇੰਡੀਕੇਟ ਕਰਦਾ ਆ। ਠੀਕ ਹੈ, ਉਹ ਕਹਿੰਦੇ ਕਿ ਆਪਾਂ ਉਹਦਾ ਵੇਟ ਜਿਹੜਾ ਹੈਗਾ ਡਿਟਰਮਾਈਨ ਕਰ ਸਕਦੇ ਹਾਂ, ਕਿ ਆਪਾਂ ਉਹਦਾ ਸਾਈਜ਼, ਡਿਸਟੈਂਸ ਜਾਂ ਟੈਂਪਰੇਚਰ। ਜਦੋਂ ਵੀ ਆਪਾਂ ਕਿਸੇ ਟੈਲੀਸਕੋਪ ਦੀ ਸਹਾਇਤਾ ਦੇ ਨਾਲ ਆਪਾਂ ਕਿਸੇ ਸਟਾਰ ਨੂੰ ਅਬਜ਼ਰਵ ਕਰਦੇ ਹੈਗੇ ਹਾਂ, ਠੀਕ ਹੈ, ਦੈਟ ਕੈਨ ਬੀ ਆਰ ਹਬਲ ਟੈਲੀਸਕੋਪ, ਰਾਈਟ। ਤਾਂ ਉਦੋਂ ਕੀ ਹੁੰਦਾ ਆ, ਜਿਹੜਾ ਕਲਰ ਹੁੰਦਾ ਆ ਉਸ ਪਰਟੀਕੂਲਰ ਸਟਾਰ ਦਾ, ਉਹ ਸਾਨੂੰ ਇੰਡੀਕੇਟ ਕਰਦਾ ਹੈਗਾ ਉਸ ਚੀਜ਼ ਦਾ ਟੈਂਪਰੇਚਰ। ਇਹ ਚੀਜ਼ ਆਪਾਂ ਛੋਟੀਆਂ ਕਲਾਸਿਸ ਦੇ ਵਿੱਚ ਵੀ ਰੀਡ ਕੀਤੀ ਹੋਈ ਹੈ ਕਿ ਮੰਨ ਲਓ ਕਿ ਕਿਸੇ ਸਟਾਰ ਦਾ ਕਲਰ ਰੈੱਡ ਆ, ਤਾਂ ਇਹਦਾ ਮਤਲਬ ਕੀ ਹੈਗਾ ਕਿ ਉਹਦਾ ਟੈਂਪਰੇਚਰ ਲੋ ਹੈਗਾ ਆ ਐਜ਼ ਕੰਪੇਅਰ ਟੂ ਅਗਰ ਕਿਸੇ ਸਟਾਰ ਦਾ ਕਲਰ ਵਾਈਟ ਹੈ ਜਾਂ ਯੈਲੋ ਹੈ। ਠੀਕ ਹੈ, ਤਾਂ ਰੈੱਡ ਕਲਰ ਵਾਲੇ ਜਿਹੜੇ ਸਟਾਰਸ ਹੁੰਦੇ ਨੇ ਉਹ ਸਾਡੇ ਕੋਲੇ ਲੋ ਟੈਂਪਰੇਚਰ ਸਟਾਰਸ ਹੁੰਦੇ ਨੇ। ਠੀਕ ਹੈ, ਵਾਈਟ ਜਾਂ ਯੈਲੋ ਕਲਰ ਵਾਲੇ ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦਾ ਇੰਟਰਮੀਡੀਏਟ ਹੁੰਦਾ ਆ। ਠੀਕ ਹੈ, ਔਰ ਅਗਰ ਆਪਾਂ ਕਿਸੇ ਸਟਾਰ ਦਾ ਕਲਰ ਓਬਜ਼ਰਵ ਕੀਤਾ ਅਤੇ ਉਹ ਸਟਾਰ ਦਾ ਕਲਰ ਬਲੂ ਸੀ, ਤਾਂ ਇਹ ਜਿਹੜੇ ਹੈਗੇ ਆ ਦੀਜ਼ ਆਰ ਦਾ ਹੌਟੈਸਟ ਸਟਾਰਸ। ਇਹ ਸਭ ਤੋਂ ਜ਼ਿਆਦਾ ਗਰਮ ਸਟਾਰਸ ਹੁੰਦੇ ਨੇ ਜੇਕਰ ਉਹਨਾਂ ਦਾ ਕਲਰ ਜਿਹੜਾ ਹੈਗਾ ਬਲੂ ਹੁੰਦਾ ਆ। ਆਪਾਂ ਜਿੱਦਾਂ ਨੋਰਮਲ ਮੈਟਲ ਦੇ ਵਿੱਚ ਵੀ ਦੇਖਦੇ ਹੈਗੇ ਆ, ਅਗਰ ਆਪਾਂ ਕਿਸੇ ਮੈਟਲ ਨੂੰ ਗਰਮ ਕਰਨਾ ਸਟਾਰਟ ਕਰਦੇ ਹਾਂ ਉਹ ਪਹਿਲਾਂ ਥੋੜ੍ਹੀ ਰੈੱਡ ਹੁੰਦੀ ਹੈ। ਰੈੱਡ ਤੋਂ ਬਾਅਦ ਜਦੋਂ ਉਹ ਮੈਲਟ ਹੋ ਕੇ ਥੋੜ੍ਹੀ ਜਿਹੀ ਹੋਰ ਜ਼ਿਆਦਾ ਗਰਮ ਹੋ ਜਾਂਦੀ ਹੈ ਤਾਂ ਕਲਰ ਯੈਲੋ ਹੋ ਜਾਂਦਾ ਹੈ। ਯੈਲੋ ਤੋਂ ਬਾਅਦ ਉਹ ਵਾਈਟ ਹੋ ਜਾਂਦਾ ਹੈ। ਤਾਂ ਜਿੱਦਾਂ ਜਿੱਦਾਂ ਆਪਣੇ ਕੋਲ ਇਹ ਕਲਰ ਚੇਂਜਸ ਹੁੰਦੇ ਰਹਿੰਦੇ ਨੇ, ਉਹਦਾ ਮਤਲਬ ਕਿ ਉਹ ਕੀ ਚੀਜ਼ ਇੰਡੀਕੇਟ ਕਰਦੀ ਆ ਕਿ ਉਸ ਚੀਜ਼ ਦਾ ਟੈਂਪਰੇਚਰ ਕੀ ਆ, ਵਧੀ ਜਾ ਰਿਹਾ। ਤਾਂ ਸਾਨੂੰ ਪਤਾ ਆ ਕਿ ਅਗਰ ਉਹਦਾ ਕਲਰ ਰੈੱਡ ਹੈ ਮੈਟਲ ਦਾ, ਦੂਸਰੇ ਪਾਸੇ ਉਹਦਾ ਕਲਰ ਚੇਂਜ ਹੋ ਕੇ ਆਪਣੇ ਕੋਲ ਵਾਈਟ ਹੋ ਗਿਆ, ਤਾਂ ਇਹਦਾ ਮਤਲਬ ਕੀ ਹੈਗਾ ਕਿ ਉਹ ਮੈਟਲ ਉਸ ਤੋਂ ਵੀ ਜ਼ਿਆਦਾ ਗਰਮ ਹੋਊਗੀ। ਸਿਮਿਲਰ ਥਿੰਗ ਹੈਪਨ ਵਿਦ ਦ ਸਟਾਰਸ। ਜਦੋਂ ਆਪਾਂ ਕਿਸੇ ਸਟਾਰਸ ਨੂੰ ਸਟੱਡੀ ਕਰਦੇ ਹਾਂ, ਆਪਾਂ ਉਹਨਾਂ ਦਾ ਟੈਂਪਰੇਚਰ ਉਹਨਾਂ ਦਾ ਕਲਰ ਦੇਖਦੇ ਹੈਗੇ ਹਾਂ, ਤਾਂ ਉਹਨਾਂ ਦੇ ਕਲਰ ਤੋਂ ਆਪਾਂ ਕੀ ਡਿਟਰਮਾਈਨ ਕਰਦੇ ਹਾਂ ਕਿ ਇਸ ਪਰਟੀਕੂਲਰ ਸਟਾਰ ਦਾ ਟੈਂਪਰੇਚਰ ਕੀ ਹੋਊਗਾ। ਓਕੇ, ਸੋ ਨੈਕਸਟ ਕੁਐਸਚਨ ਕੀ ਹੈ ਆਪਣੇ ਕੋਲੇ, ਉਹ ਕਹਿੰਦੇ ਕੌਂਪਟਨ ਸ਼ਿਫਟ ਡਿਪੈਂਡ ਕਰਦੀ ਹੈਗੀ ਆ ਕਿਹੜੀ ਚੀਜ਼ 'ਤੇ ਕੌਂਪਟਨ ਸ਼ਿਫਟ ਡਿਪੈਂਡ ਕਰਦੀ ਆ। ਤਾਂ ਕੌਂਪਟਨ ਸ਼ਿਫਟ ਦਾ ਰਾਜੇ ਇੱਕ ਪ੍ਰੋਪਰ ਫਾਰਮੂਲਾ ਹੁੰਦਾ ਆ। ਇਹ ਫਾਰਮੂਲਾ ਆਪਾਂ ਕਲਾਸ ਦੇ ਵਿੱਚ ਡਰਾਈਵ ਕਰਾਂਗੇ। ਲੈਮਡਾ ਡੈਸ਼ ਮਾਈਨਸ ਲੈਮਡਾ ਇਜ਼ ਇਕਵਲਸ ਟੂ 1 ਅਪੋਨ MC 1 ਮਾਈਨਸ ਕੋਸ ਫਾਈ। ਇੱਥੇ ਰਾਜੇ ਜਿਹੜਾ ਫਾਈ ਹੈਗਾ ਆ ਉਹ ਜਿਹੜਾ ਐਂਗਲ ਨੂੰ ਰੀਪ੍ਰਜੈਂਟ ਕਰਦਾ ਆ। ਠੀਕ ਹੈ, ਤਾਂ ਕੌਂਪਟਨ ਸ਼ਿਫਟ ਨੂੰ ਜਦੋਂ ਮੈਂ ਸਟੱਡੀ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਤਾਂ ਆਹ ਜਿਹੜਾ ਹੈਗਾ ਇਹਨੂੰ ਆਪਾਂ ਕਹਿਣੇ ਆ ਡੈਲਟਾ ਲੈਮਡਾ। ਇਹ ਕੀ ਹੈਗੀ ਆ ਸਾਡੀ, ਇਹ ਸਾਡੀ ਹੈਗੀ ਆ ਕੌਂਪਟਨ ਸ਼ਿਫਟ। ਤਾਂ ਕੌਂਪਟਨ ਸ਼ਿਫਟ ਦੇ ਵਿੱਚ ਅਗਰ ਦੇਖੀਏ ਤਾਂ ਮਾਸ ਕਿਸੇ ਵੀ ਪਾਰਟੀਕਲ ਦਾ ਕੌਂਸਟੈਂਟ ਹੋਊਗਾ। ਠੀਕ ਹੈ, ਸਪੀਡ ਆਫ ਲਾਈਟ ਅਗੇਨ ਅ ਕੌਂਸਟੈਂਟ। ਉਸ ਤੋਂ ਬਾਅਦ 1 ਮਾਈਨਸ ਕੋਸ ਫਾਈ। ਤਾਂ ਇੱਥੇ ਫਾਈ ਜਿਹੜਾ ਹੈਗਾ ਉਹ ਐਂਗਲ ਹੈ ਜਿਹੜਾ ਕਿ ਕੰਟੀਨਿਊਸਲੀ ਚੇਂਜ ਹੋ ਰਿਹਾ ਆ। ਤਾਂ ਉਹ ਕਹਿੰਦੇ ਐਨਰਜੀ ਆਫ ਇੰਸੀਡੈਂਟ ਰੇਡੀਏਸ਼ਨ ਨਹੀਂ, ਫ੍ਰੀਕੁਐਂਸੀ ਆਫ ਇੰਸੀਡੈਂਟ ਰੇਡੀਏਸ਼ਨ ਨਹੀਂ, ਕੋਈ ਫ੍ਰੀਕੁਐਂਸੀ ਨਹੀਂ ਹੈਗੀ ਫਾਰਮੂਲਾ ਦੇ ਵਿੱਚ। ਐਂਗਲ ਆਫ ਸਕੈਟਰਿੰਗ, ਕਿੰਨੇ ਐਂਗਲ ਦੇ ਉੱਤੇ ਜਿਹੜੀ ਹੈਗੀ ਆ ਜਿਹੜਾ ਸਾਡਾ ਕੋਲੇ ਪਾਰਟੀਕਲ ਹੈ ਜਿਹਦੀਆਂ ਅਸੀਂ ਪ੍ਰੋਪਰਟੀਜ਼ ਡਿਸਕਸ ਕਰ ਰਹੇ ਹਾਂ ਜਾਂ ਜਿਹਦੀ ਅਸੀਂ ਸਕੈਟਰਿੰਗ ਡਿਸਕਸ ਕਰ ਰਹੇ ਹਾਂ, ਕਿੰਨੇ ਐਂਗਲ ਦੇ ਉੱਤੇ ਉਹ ਚੀਜ਼ ਸਕੈਟਰ ਹੋਈ ਹੈ, ਉਹ ਆਪਾਂ ਨੂੰ ਕੌਣ ਦੱਸ, ਉਹਦੇ 'ਤੇ ਕੀ ਚੀਜ਼ ਡਿਪੈਂਡ ਕਰਦੀ ਆ, ਉਹਦੇ 'ਤੇ ਸਾਡੀ ਕੌਂਪਟਨ ਸ਼ਿਫਟ ਡਿਪੈਂਡ ਕਰਦੀ ਆ। ਠੀਕ ਹੈ ਜੀ, ਨੈਕਸਟ ਕੁਐਸਚਨ ਕੀ ਹੈਗਾ, ਦ ਪ੍ਰੋਬੇਬਿਲਿਟੀ ਡੈਂਸਿਟੀ ਆਫ ਅ ਸਟੇਟ। ਪ੍ਰੋਬੇਬਿਲਿਟੀ ਡੈਂਸਿਟੀ, ਸਭ ਤੋਂ ਪਹਿਲਾਂ ਤਾਂ ਪ੍ਰੋਬੇਬਿਲਿਟੀ ਡੈਂਸਿਟੀ ਦਾ ਕੀ ਮਤਲਬ ਹੈ। ਪ੍ਰੋਬੇਬਿਲਿਟੀ ਡੈਂਸਿਟੀ ਦਾ ਮਤਲਬ ਇਹ ਹੈ ਕਿ ਕਿਸੇ ਮੈਂ ਸਟੇਟ ਨੂੰ ਸਟੱਡੀ ਕਰ ਰਹੀ ਹਾਂ ਅਤੇ ਸਿਸਟਮ ਦੀ ਮੇਰੇ ਉਸ ਪਰਟੀਕੂਲਰ ਸਟੇਟ ਦੇ ਵਿੱਚ ਹੋਣ ਦੀ ਕੀ ਪ੍ਰੋਬੇਬਿਲਿਟੀ ਆ। ਸਾਨੂੰ ਪਤਾ ਆ ਕਿ ਅਸੀਂ ਕੁਆਂਟਮ ਦੇ ਵਿੱਚ ਵੇਵ ਫੰਕਸ਼ਨ ਸਾਈ ਜਾਂ ਫਾਈ ਦੇ ਨਾਲ ਰਿਪਰਜੈਂਟ ਕਰਦੇ ਹੈਗੇ ਹਾਂ, ਅਤੇ ਵੇਵ ਫੰਕਸ਼ਨ ਸਾਡਾ ਜਿਹੜਾ ਹੈਗਾ ਰੀਅਲ ਜਾਂ ਇਮੈਜਨਰੀ ਦੋਨੋਂ ਹੋ ਸਕਦਾ ਆ। ਠੀਕ ਹੈ, ਤਾਂ ਹੁਣ ਜੇਕਰ ਮੈਂ ਰੀਅਲ ਜਾਂ ਇਮੈਜਨਰੀ ਵੇਵ ਫੰਕਸ਼ਨ ਦੀ ਗੱਲ ਕਰਦੀ ਹਾਂ ਤਾਂ ਇੱਥੇ ਜਿਹੜਾ ਸਾਈ ਸਟਾਰ ਹੈਗਾ, ਸਾਈ ਸਟਾਰ ਕੀ ਰਿਪਰਜੈਂਟ ਕਰਦਾ ਆ, ਕੰਪਲੈਕਸ ਕੰਜੂਗੇਟ। ਮਤਲਬ ਅਗਰ ਮੰਨ ਲਓ ਲੈਟ ਕਰ ਲਓ
मेरे साई की वैल्यू जी हैगी ई रेस टू पावर आयोटा फाई है, कोई कॉन्सटेंट टाइम्स ए, लैटस से कि ए दा कॉन्सटेंट हैगा, साई की वैल्यू मेरे को है ई रेस टू पावर आयोटा फाई, तो यदा फिर कॉम्पलैक्स कंजुगेट की हो गया साई स्टार, यदी वैल्यू की होगी अपने को ए एज इट इज़ ई रेस टू पावर माइनस आयोटा फाई, तो जड़ा प्लस आयोटा से उधर जाके कादे चेंज हो गया माइनस आयोटा दे विच। ਜਦੋਂ ਆਪਾਂ ਪ੍ਰੋਬੇਬਿਲਿਟੀ ਡੈਂਸਿਟੀ ਕੱਢਦੇ ਹਾਂ ਤਾਂ ਪ੍ਰੋਬੇਬਿਲਿਟੀ ਡੈਂਸਿਟੀ ਦਾ ਹੁੰਦਾ ਹੈ ਸਾਈ ਸਟਾਰ ਇਨਟੂ ਸਾਈ, ਠੀਕ ਹੈ ਰਾਜੇ। ਤਾਂ ਇਹਨੂੰ ਆਪਾਂ ਯੂਜ਼ ਕਰਦੇ ਹੈਗੇ ਆ। ਹੁਣ ਦੇਖੋ ਮੈਂ ਟੋਟਲ ਸਪੇਸ ਦੇ ਵਿੱਚ ਗੱਲ ਕਰ ਰਹੀ ਹਾਂ, ਮੰਨ ਲਓ ਮੈਂ ਕੋਈ ਐਕਸਪੈਰੀਮੈਂਟ ਪਰਫਾਰਮ ਕੀਤਾ, ਪਾਰਟੀਕਲ ਇਨ ਅ ਬਾਕਸ ਦੀ ਗੱਲ ਕਰ ਰਹੀ ਹਾਂ, ਕਿਸੇ ਵੀ ਜਿਹੜੇ ਹੈਗੇ ਆ ਵੇਵ ਫੰਕਸ਼ਨ ਦੀ ਗੱਲ ਕਰ ਰਹੀ ਹਾਂ ਸਿਸਟਮ ਦੇ ਵਿੱਚ, ਤਾਂ ਟੋਟਲ ਪ੍ਰੋਬੇਬਿਲਿਟੀ ਜਿਹੜੀ ਹੈਗੀ ਆ ਉਹ 1 ਹੋਊਗੀ ਕਿਸੇ ਵੀ ਪਾਰਟੀਕਲ ਦੀ ਕਿਸੇ ਪਰਟੀਕੂਲਰ ਸਟੇਟ ਦੇ ਵਿੱਚ। ਮੰਨ ਲਓ ਕਿ ਆ ਮੇਰੇ ਕੋਲ ਸਿਸਟਮ ਹੈਗਾ ਆ 0 ਤੋਂ ਲੈ ਕੇ L ਤੱਕ, ਤੇ ਮੈਂ ਪੂਰੇ ਜਿਹੜਾ ਹੈਗਾ ਸਿਸਟਮ ਦੇ ਉੱਤੇ ਫੰਕਸ਼ਨ ਨੂੰ ਇੰਟੀਗ੍ਰੇਟ ਕੀਤਾ ਆ, ਤੇ ਮੈਂ ਫਾਈਂਡ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਪ੍ਰੋਬੇਬਿਲਿਟੀ ਆਫ ਫਾਈਂਡਿੰਗ ਦਾ ਪਾਰਟੀਕਲ। ਤਾਂ ਇਹ ਕਿੰਨੀ ਹੋ ਸਕਦੀ ਹੈ ਪ੍ਰੋਬੇਬਿਲਿਟੀ ਦੀ ਮੈਕਸਿਮਮ ਵੈਲਿਊ 1 ਹੋ ਸਕਦੀ ਹੈ, ਠੀਕ ਹੈ। ਆ ਜਿਹੜਾ ਐਕਸਪ੍ਰੈਸ਼ਨ ਹੈਗਾ ਇਹਦੇ 'ਚ ਸਾਈ ਸਟਾਰ ਸਾਈ ਨੂੰ ਆਪਾਂ ਜਰਨਲੀ 1 ਦੇ ਇਕੁਅਲ ਪੁੱਟ ਕਰਦੇ हैं ਤਾਂ ਕਿ ਜਿਹੜੇ ਆਪਾਂ ਕੌਂਸਟੈਂਟਸ ਹੈਗੇ ਆ ਇਹਨਾਂ ਦੀ ਵੈਲਿਊ ਪਤਾ ਕਰ ਸਕੀਏ। ਹੁਣ ਦੇਖੋ ਜੇ ਮੈਂ ਆਹ ਵਾਲਾ ਟਰਮ ਜਿਹੜੀ ਹੈਗੀ ਆ ਸਾਈ ਸਟਾਰ ਸਾਈ ਆਪਾਂ ਨੂੰ ਕੀ ਦੱਸਦੀ ਆ ਪ੍ਰੋਬੇਬਿਲਿਟੀ ਡੈਂਸਿਟੀ, ਇਹਨੂੰ ਆਪਾਂ ਜਿਹੜਾ ਹੈਗਾ ਅਨਦਰ ਫਾਰਮ ਦੇ ਵਿੱਚ ਵੀ ਲਿਖ ਸਕਦੇ ਹੈਗੇ ਆ ਸਾਈ ਸਟਾਰ ਇਨਟੂ ਸਾਈ ਇਨਟੂ ਡੀ ਸਾਈ, ਠੀਕ ਹੈ। ਤਾਂ ਆ ਜਿਹੜੀ ਚੀਜ਼ ਹੈਗੀ ਆ ਫਰੋਮ ਮਾਈਨਸ ਇਨਫਿਨਿਟੀ ਟੂ ਇਨਫਿਨਿਟੀ, ਤਾਂ ਅਗਰ ਹੁਣ ਮੈਂ ਇੱਥੇ ਦੇਖਾਂ ਤਾਂ ਇਹਦੀ ਵੈਲਿਊ ਕੀ ਹੈਗੀ ਆ ई रेस टू पावर माइनस आयोटा फाई ए टाइम्स, एदी वैल्यू की हैगी आ ए टाइम्स ई रेस टू पावर आयोटा फाई प्लस था, तो आ माइनस दी है आ प्लस दी है, तो इत्थे की हो गया ई रेस टू पावर माइनस आयोटा फाई प्लस आयोटा, तो ये कितना हो गया ई रेस टू पावर 0 दैट मीनस 1। तो इत्थे जिहड़ा इमैजिनरी पार्ट सीगा आ वाला वेव फंक्शन का ते आ वाला वेव फंक्शन का एक ही हो गया कैंसल आउट हो गया। तो हमेशा ਜਦੋਂ ਵੀ ਆਪਾਂ ਕਿਸੇ ਚੀਜ਼ ਦੀ ਪ੍ਰੋਬੇਬਿਲਿਟੀ ਡੈਂਸਿਟੀ ਕੱਢਦੇ ਹਾਂ, ਪ੍ਰੋਬੇਬਿਲਿਟੀ ਡੈਂਸਿਟੀ ਕੀ ਹੈ ਸੰਭਾਵਨਾ ਸਿਸਟਮ ਦੀ ਕਿਸੇ ਪਰਟੀਕੂਲਰ ਸਟੇਟ ਦੇ ਵਿੱਚ ਹੋਣ ਦੀ ਸੰਭਾਵਨਾ, ਤਾਂ ਉਹਦੀ ਵੈਲਿਊ ਕਿੰਨੀ ਹੁੰਦੀ ਆ ਆਪਣੇ ਕੋਲੇ ਮੈਕਸਿਮਮ ਕਿੰਨੀ ਹੋ ਸਕਦੀ ਆ 1 ਹੋ ਸਕਦੀ ਆ, ਤੇ 1 ਸਾਨੂੰ ਪਤਾ ਆ ਉਹ ਕੀ ਹੈਗਾ ਆ ਰੀਅਲ ਹੈਗਾ ਆ, ਠੀਕ ਹੈ ਜੀ। ਆਪਾਂ ਸੰਭਾਵਨਾ ਕੈਲਕੂਲੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜੀ ਕੀ ਹੁੰਦੀ ਆ ਆਪਣੇ ਕੋਲ ਇੱਕ ਰੀਅਲ ਨੰਬਰ ਹੁੰਦਾ ਆ। उस तो बाद किया वो कहते वेवलैंथ ऑफ मैटर वेव इज़ इंडिपेंडेंट ऑफ, ठीक है। आप की करन दी कोशिश कर रहे हैं, आप डी ब्रोगली वेवलैंथ की गल कर लीए जेकर आप लैमडा इज इक्वल्स टू एच अपॉन पी। मैटर वेव दे विच की हैगा जदों किसी वेव का आप मैटर जिहड़ा हैगा मैटर वे जिहड़ी कंस्टीट्यूएंट पार्टिकल्स मैटर पार्टिकल्स ने उहदे तो आप डिस्कस करते हैं, तो अपने को पता है लैमडा इज इक्वल्स टू एच अपॉन पी है ना। लैमडा इत्थे वेवलैंथ हैगा आ, पी की हैगा इत्थे अपने कोले मोमेंटम किसी भी पार्टिकल का, ठीक है। तो यदा मतलब कि लैमडा की वैल्यू जिहड़ी हैगी आ वो इनवर्सली प्रोपोर्शनल हैगी आ मोमेंटम दे। तो ये जिहड़ा थर्ड ऑप्शन हैगी आ मोमेंटम वाली ये तो आपां कैंसल आउट करती, ठीक है। आपां एक होर छोटियां क्लासिस दे विच पढ़दे हुंदे सी कि पी की वैल्यू की हुंदी है मोमेंटम पी इज इक्वल्स टू एम इंटू वी। एम की है जी साडा इत्थे मास, वी की हैगी है साडी वेलोसिटी। तो अगर ये विच मैं लैमडा के प्रपोर्शनैलिटी दे विच पी नूं मैं लिखदा 1 अपॉन एम वी, दैट मीनस कि लैमडा जिहड़ा हैगा वो इनवर्सली प्रपोर्शनल है मास ते, उस तरह लैमडा जिहड़ा हैगा इनवर्सली प्रपोर्शनल है वेलोसिटी दे। तो इत्थे जिहड़ा हैगा वो कहंदे इंडिपेंडेंट ऑफ मास हैगी आ नहीं हैगी, क्यों डिपेंडेंसी हैगी आ मास के उत्ते। उस तरह इंडिपेंडेंट ऑफ वेलोसिटी नहीं हैगी, क्यों वेलोसिटी के उत्ते दी डिपेंडेंस हैगी आ। तो की रह गया अपने कोले लास्ट ऑप्शन चार्ज। तो एक आधे ते डिपेंड करती हैगी आ चार्ज की वैल्यू के उत्ते। तो आप सिंपल जी डी ब्रोगली की इक्वेशन लई ਉਹਦੇ ਉੱਤੋਂ ਆਪਾਂ ਲੈਮਡਾ ਦਾ ਰਿਲੇਸ਼ਨਸ਼ਿਪ ਕੱਢਿਆ एच अपॉन पी, ਤੇ ਉਹਨੂੰ ਜਿਹੜਾ ਹੈਗਾ ਪੀ ਨੂੰ ਆਪਾਂ ਮਾਸ ਇਨਟੂ ਵੈਲੋਸਿਟੀ, ਮੋਮੈਂਟਮ ਕੀ ਹੁੰਦਾ ਹੈ ਮਾਸ ਇਨਟੂ ਵੈਲੋਸਿਟੀ, ਤਾਂ ਉਹਦੇ ਨਾਲ ਜਿਹੜਾ ਹੈਗਾ ਚੇਂਜ ਕਰਤਾ। ਤਾਂ ਆਪਣੇ ਕੋਲੇ ਜਿਹੜਾ ਹੈਗਾ ਲੈਮਡਾ ਦਾ ਰਿਲੇਸ਼ਨਸ਼ਿਪ ਆ ਗਿਆ ਮਾਸ ਦੇ ਨਾਲ, ਵੈਲੋਸਿਟੀ ਦੇ ਨਾਲ ਤੇ ਮੋਮੈਂਟਮ ਦੇ ਨਾਲ। ਤਾਂ ਉਹ ਜਿਹੜਾ ਹੈਗਾ ਚਾਰਜ ਦੇ ਕੀ ਹੈਗਾ ਜੀ ਇੰਡੀਪੈਂਡੈਂਟ ਹੈ।
ਉਸ ਤੋਂ ਬਾਅਦ ਹੈਗਾ ਨਿਊਕਲੀਅਰ ਫੋਰਸਿਸ। ਨਿਊਕਲੀਅਰ ਫੋਰਸਿਸ ਦਾ ਉਹਨਾਂ ਨੇ ਨੇਚਰ ਪੁੱਛਿਆ ਆ, ਤਾਂ ਆਪਾਂ ਜਿਹੜਾ ਹੁਣ ਨਿਊਕਲੀਅਰ ਫੋਰਸਿਸ ਦੀਆਂ ਕਲਾਸਿਸ ਚੱਲ ਰਹੀਆਂ ਆਪਾਂ ਉਹਦੇ ਵਿੱਚ ਸਟੱਡੀ ਕੀਤਾ ਆ ਕਿ ਜਿਹੜੀਆਂ ਨਿਊਕਲੀਅਰ ਫੋਰਸਿਸ ਹੁੰਦੀਆਂ ਨੇ, ਅਗਰ ਮੈਂ ਉਹਨਾਂ ਦੀ ਪ੍ਰੋਪਰਟੀਜ਼ ਦੀ ਗੱਲ ਕਰਾਂ ਤਾਂ ਨਿਊਕਲੀਅਰ ਫੋਰਸਿਸ ਪਹਿਲੀ ਗੱਲ ਚਾਰਜ ਇੰਡੀਪੈਂਡੈਂਟ ਹੁੰਦੀਆਂ ਨੇ। ਇਹ ਗੱਲ ਆਪਣੀ ਉਸ ਦਿਨ ਲੈਕਚਰ ਦੇ ਵਿੱਚ ਹੋਈ ਸੀ ਕਿ ਨਿਊਕਲੀਅਰ ਫੋਰਸਿਸ ਬਿਟਵੀਨ ਪ੍ਰੋਟੋਨ ਐਂਡ ਨਿਊਟਰੋਨ ਜਾਂ ਫਿਰ ਦੋ ਨਿਊਟਰੋਨਸ ਦੇ ਵਿੱਚ ਜਾਂ ਫਿਰ ਦੋ ਪ੍ਰੋਟੋਨਸ ਦੇ ਵਿੱਚ ਸਿਮਿਲਰ ਹੁੰਦੀਆਂ ਨੇ, ਬਿਕੋਜ਼ ਚਾਰਜ ਦੇ ਉੱਤੇ ਨਿਊਕਲੀਅਰ ਫੋਰਸਿਸ ਦੀ ਕੋਈ ਡਿਪੈਂਡੈਂਸੀ ਨਹੀਂ ਹੁੰਦੀ। ਠੀਕ ਹੈ, ਚਾਰਜ ਇੰਡੀਪੈਂਡੈਂਟ ਹੁੰਦੀਆਂ ਨੇ, ਇਹ ਵਾਲੀਆਂ ਫੋਰਸਿਸ ਸਪਿਨ ਡਿਪੈਂਡੈਂਟ ਹੁੰਦੀਆਂ ਨੇ। ਤਾਂ ਕਿਸੇ ਵੀ ਪਾਰਟੀਕਲ ਦੀ ਸਪਿਨ ਦੇ ਉੱਤੇ ਜਿਹੜੀਆਂ ਹੈਗੀਆਂ ਨਿਊਕਲੀਅਰ ਫੋਰਸਿਸ ਦੀ ਡਿਪੈਂਡੈਂਸੀ ਹੈਗੀ ਆ। ਉਸ ਤੋਂ ਬਾਅਦ ਸਾਨੂੰ ਨਿਊਕਲੀਅਰ ਫੋਰਸਿਸ ਦੇ ਨਾਮ ਤੋਂ ਪਤਾ ਚੱਲਦਾ ਆ ਉਹ ਫੋਰਸਿਸ ਜਿਹੜੀਆਂ ਵਿਦਇਨ ਨਿਊਕਲੀਅਸ ਹੈ। ਤਾਂ ਨਿਊਕਲੀਅਸ ਆਪਣੇ ਕੋਲ ਬਹੁਤ ਜ਼ਿਆਦਾ 10⁻⁻15 ਦੇ ਵਿੱਚ ਚੱਲ ਰਿਹਾ। ਦੈਟ ਮੀਨਸ ਕਿ ਇਹ ਫੋਰਸਿਸ ਹੋਰ ਕੀ ਹੈਗੀਆਂ ਆ, ਇਹ ਫੋਰਸਿਸ ਆਪਣੇ ਕੋਲ ਬਹੁਤ ਜ਼ਿਆਦਾ ਸ਼ਾਰਟ ਰੇਂਜ ਹੈ। ਤਾਂ ਅਗਰ ਇਹਨਾਂ ਫੋਰਸਿਸ ਦੀ ਸ਼ਾਰਟ ਰੇਂਜ ਹੈਗੀ ਆ, ਮਤਲਬ ਵਿਦਇਨ ਦਾ ਨਿਊਕਲੀਅਸ ਹੀ ਐਗਜ਼ਿਸਟ ਕਰਦੀਆਂ ਨੇ, ਤਾਂ ਇਹਦਾ ਮਤਲਬ ਹੈਗਾ ਆ ਕਿ ਇਹ ਡਿਸਟੈਂਸ ਜਿਹੜੇ ਹੈਗੇ ਆ ਲੈਸ ਦੈਨ ਹੁੰਦੇ ਆ 10⁻⁻15 ਤੋਂ, ਉਹਨਾਂ ਡਿਸਟੈਂਸਿਸ ਦੇ ਵਿੱਚ ਹੀ ਇਹ ਵਾਲੀਆਂ ਫੋਰਸਿਸ ਪਾਈਆਂ ਜਾਂਦੀਆਂ ਨੇ। ਤਾਂ ਆਪਾਂ ਆਪਸ਼ਨ ਚੈੱਕ ਕਰਦੇ ਹਾਂ, ਉਹ ਕਹਿੰਦੇ ਸ਼ਾਰਟ ਰੇਂਜ ਐਂਡ ਚਾਰਜ ਡਿਪੈਂਡੈਂਟ, ਬਟ ਆਪਾਂ ਕੀ ਕੀਤਾ ਆ ਚਾਰਜ ਇੰਡੀਪੈਂਡੈਂਟ, ਤਾਂ ਇਹ ਆਪਸ਼ਨ ਸਹੀ ਨਹੀਂ ਹੈਗੀ ਆਪਣੇ ਕੋਲੇ। ਫਿਰ ਉਹ ਕਹਿੰਦੇ ਲੌਂਗ ਰੇਂਜ ਐਂਡ ਚਾਰਜ ਡਿਪੈਂਡੈਂਟ, ਤਾਂ ਅਗੇਨ ਲੌਂਗ ਰੇਂਜ ਨਹੀਂ ਹੈਗੀ ਆ, ਆਪਾਂ ਕੀ ਕੀਤਾ ਆ ਸ਼ਾਰਟ ਰੇਂਜ ਕੀਤਾ ਆ। ਉਸ ਤੋਂ ਬਾਅਦ ਕੀ ਆ ਸ਼ਾਰਟ ਰੇਂਜ ਐਂਡ ਚਾਰਜ ਇੰਡੀਪੈਂਡੈਂਟ, ਤਾਂ ਚਾਰਜ ਇੰਡੀਪੈਂਡੈਂਟ ਸ਼ਾਰਟ ਰੇਂਜ। ਠੀਕ ਹੈ ਜੀ, ਤਾਂ ਜਿਹੜੀ ਸੀ ਆਪਸ਼ਨ ਹੈਗੀ ਆ ਉਹ ਆਪਣੇ ਕੋਲੇ ਸਹੀ ਆਪਸ਼ਨ ਹੈਗੀ ਆ ਇਸ ਕੇਸ ਦੇ ਵਿੱਚ। ਨੈਕਸਟ ਕੁਐਸਚਨ ਕੀ ਹੈਗਾ, ਇਨ ਨਿਊਕਲੀਅਸ ਵਿਦ ਈਵਨ N ਐਂਡ Z, ਤਾਂ ਆਪਣੇ ਕੋਲੇ ਕੀ ਆ ਗਰਾਊਂਡ ਸਟੇਟ ਸਪਿਨ। ਕਿਸੇ ਵੀ ਗਰਾਊਂਡ ਸਟੇਟ ਦੀ ਜਿਹੜੀ ਸਪਿਨ ਹੈਗੀ ਆ, ਸਪਿਨ ਡਿਪੈਂਡ ਕਰਦੀ ਹੈਗੀ ਆ ਨਿਊਕਲੀਓਨਸ 'ਤੇ। ਠੀਕ ਹੈ, ਅਗਰ ਆਪਣੇ ਕੋਲੇ ਨਿਊਕਲੀਓਨਸ ਜਿਹੜੇ ਹੈਗੇ ਆ ਈਵਨ ਹੈਗੇ ਆ, ਤਾਂ ਉਸ ਕੇਸ ਦੇ ਵਿੱਚ ਸਪਿਨ ਜਿਹੜੀ ਹੈਗੀ ਆ ਉਹ ਵੀ ਕੀ ਹੋਊਗੀ ਈਵਨ। ਅਗਰ ਆਪਣੇ ਕੋਲੇ ਨਿਊਕਲੀਓਨਸ ਜਿਹੜੇ ਹੈਗੇ ਆ ਉਹ ਔਡ ਨੇ, ਠੀਕ ਹੈ, ਤਾਂ ਉਸ ਕੇਸ ਦੇ ਵਿੱਚ ਜਿਹੜੀ ਸਪਿਨ ਵੀ ਹੈਗੀ ਆ ਉਹ ਕੀ ਹੋਊਗੀ ਔਡ ਹੈ। ਤਾਂ ਮੰਨ ਲਓ ਇੱਕ ਕੇਸ ਇਹ ਹੈਗਾ ਆ ਕਿ ਮੇਰੇ ਕੋਲੇ ਜਿਹੜੇ ਹੈਗੇ ਆ ਨਿਊਕਲੀਅਸ ਦੇ ਵਿੱਚ ਜਿਹੜੇ N ਹੈਗਾ ਆ ਈਵਨ ਹੈ, Z ਜਿਹੜਾ ਹੈਗਾ ਆ ਉਹ ਔਡ ਹੈ। ਤਾਂ ਆਪਾਂ ਕੀ ਕਰਦੇ ਹੁੰਦੇ ਹੈਗੇ, ਆਪਣੇ ਕੋਲੇ N ਈਵਨ ਦਾ ਮਤਲਬ ਕੀ ਹੈਗਾ ਆ ਕਿ ਇੱਥੇ ਕੀ ਹੈਗੇ ਆ ਈਵਨ ਨੰਬਰ ਆਫ ਨਿਊਟਰੋਨਸ ਨੇ। ਤਾਂ ਇਹਦਾ ਮਤਲਬ ਕਿ ਨਿਊਟਰੋਨਸ ਦੀ ਵਜ੍ਹਾ ਕਰਕੇ ਤਾਂ ਸਪਿਨ ਦੀ ਜਿਹੜੀ ਹੈਗੀ ਆਪਾਂ ਡਿਪੈਂਡੈਂਸੀ ਨਹੀਂ ਚੈੱਕ ਕਰ ਸਕਦੇ ਕਿਉਂਕਿ ਉਹ ਈਵਨ ਨੇ। ਤਾਂ ਹੁਣ ਜੇਕਰ ਆਪਾਂ Z ਦੀ ਗੱਲ ਕਰੀਏ, Z ਕੀ ਹੁੰਦਾ ਆ ਆਪਣੇ ਕੋਲੇ ਨੰਬਰ ਆਫ ਪ੍ਰੋਟੋਨਸ। ਤਾਂ ਅਗਰ ਮੈਂ ਕਹਿ ਰਹੀ ਹੂੰ ਕਿ ਮੇਰੇ ਕੋਲੇ ਪ੍ਰੋਟੋਨਸ ਦਾ ਨੰਬਰ ਜਿਹੜਾ ਔਡ ਹੈਗਾ ਆ, ਤਾਂ ਇਹਦੇ ਵਿੱਚ ਰਾਜੇ ਜਿਹੜੇ ਤਾਂ ਮੰਨ ਲਓ ਕਿ 7 ਹੈ, ਠੀਕ ਹੈ 7 ਹੈਗਾ, ਤਾਂ ਇਹਦੇ 'ਚੋਂ 6 ਤਾਂ ਮੇਰੇ ਕੋਲੇ ਈਵਨ ਨੇ। ਅਗਰ ਉਹ ਈਵਨ ਨੇ ਤਾਂ ਉਹ ਸਪਿਨ ਨੂੰ ਡਿਟਰਮਾਈਨ ਨਹੀਂ ਕਰ ਰਹੇ, ਬਟ ਜਿਹੜਾ ਲਾਸਟ ਪ੍ਰੋਟੋਨ ਬਚਿਆ ਆ 7th one, ਉਹ ਮੇਰਾ ਜਿਹੜਾ ਹੈਗਾ ਸਪਿਨ ਨੂੰ ਡਿਟਰਮਾਈਨ ਕਰਨ ਵਾਲਾ ਫੈਕਟਰ ਹੋਊਗਾ। ਤਾਂ ਆਪਾਂ ਇੱਥੇ ਕੀ ਕਿਹਾ, ਉਹ ਕਹਿੰਦੇ ਜਿਹੜਾ ਲਾਸਟ ਔਡ ਪ੍ਰੋਟੋਨ ਹੈਗਾ ਆ ਉਹ ਕੀ ਕਰੂਗਾ, ਉਹ ਕਰੂਗਾ ਸਪਿਨ ਨੂੰ ਡਿਟਰਮਾਈਨ, ਕਿਉਂਕਿ ਬਾਕੀ ਸਾਰੇ ਕੀ ਹੋ ਗਏ ਈਵਨ ਹੋ ਗਏ, ਈਵਨ ਨਹੀਂ ਡਿਟਰਮਾਈਨ ਕਰ ਰਹੇ। ਇਸ ਟਾਈਮ ਜਿਹੜਾ ਮੇਰੇ ਕੋਲ ਲਾਸਟ ਵਾਲਾ ਔਡ ਪ੍ਰੋਟੋਨ ਹੈਗਾ ਆ ਉਹ ਕੀ ਡਿਟਰਮਾਈਨ ਕਰ ਰਿਹਾ, ਉਹ ਡਿਟਰਮਾਈਨ ਕਰ ਰਿਹਾ ਆ ਮੇਰੀ ਸਪਿਨ ਨੂੰ। ਠੀਕ ਹੈ, ਉਸ ਤੋਂ ਬਾਅਦ ਕੀ ਹੈ, ਵਿਚ ਟਾਈਪ ਆਫ ਰੇਡੀਓ ਐਕਟਿਵ ਅਮੀਟਰ ਹੈਜ਼ ਦਾ ਲੌਂਗੈਸਟ ਲਾਈਫ। ਕਿਹੜੇ ਤਰ੍ਹਾਂ ਦੇ ਰੇਡੀਓ ਐਕਟਿਵ ਅਮੀਟਰ ਦੀ ਜਿਹੜੀ ਲਾਈਫ ਹੈਗੀ ਆ ਉਹ ਲੌਂਗੈਸਟ ਹੁੰਦੀ ਹੈ। ਤਾਂ ਇਹਦੇ ਵਿੱਚ ਸਿੰਪਲ ਹੈ ਰਾਜੇ, ਜਿਹੜਾ ਅਮੀਟਰ ਦੇ ਵਿੱਚ ਜਿਹੜੇ ਬਾਇਓ ਪ੍ਰੋਡਕਟਸ ਨੇ ਉਹ ਹੈਵੀਐਸਟ ਹੁੰਦੇ ਨੇ, ਉਸ ਹਿਸਾਬ ਨਾਲ ਉਹਨਾਂ ਦੀ ਜਿਹੜੀ ਹੈਗੀ ਆ ਲਾਈਫ ਜਿਹੜੀ ਹੈਗੀ ਉਨੀ ਲੌਂਗ ਹੁੰਦੀ ਰਹਿੰਦੀ ਹੈ। ਤਾਂ ਸਾਨੂੰ ਪਤਾ ਆ ਅਲਫਾ ਅਮੀਟਰ ਜਿਹੜੇ ਹੈਗੇ ਆ, ਅਲਫਾ ਅਮੀਟਰ ਦੇ ਵਿੱਚ ਕੀ ਨਿਕਲਦਾ ਹੈ ਆਪਣੇ ਕੋਲੇ 2He4, ਜਿਹਨੂੰ ਆਪਾਂ ਕੀ ਕਹਿ ਦਿੰਦੇ ਆ ਅਲਫਾ ਪਾਰਟੀਕਲ। ਠੀਕ ਹੈ, ਦੈਟ ਮੀਨਸ ਅਲਫਾ ਪਾਰਟੀਕਲ ਜਿਹੜੇ ਹੁੰਦੇ ਆ ਹੈਵੀਅਰ ਹੁੰਦੇ ਨੇ। ਤਾਂ ਇਹਦਾ ਮਤਲਬ ਕੀ ਹੈਗਾ ਆ ਲੌਂਗੈਸਟ ਕਿਹਦੀ ਲਾਈਫ ਟਾਈਮ ਹੋਊਗੀ ਅਲਫਾ ਅਮੀਟਰ ਸੀ। ਬੀਟਾ ਦੇ ਵਿੱਚ ਸਾਨੂੰ ਕੀ ਨਿਕਲਦਾ ਆ, ਬੀਟਾ ਅਮੀਟਰਸ ਦੇ ਵਿੱਚ ਸਾਨੂੰ ਪਤਾ ਆ ਕਿ ਜਾਂ ਤਾਂ ਆਪਣੇ ਕੋਲੇ ਬੀਟਾ ਅਮੀਟਰਸ ਦੇ ਵਿੱਚ ਆਪਣੇ ਕੋਲੇ ਪੋਜ਼ਿਟਰੋਨਸ ਨਿਕਲਦੇ ਨੇ ਜਾਂ ਫਿਰ ਆਪਣੇ ਕੋਲੇ ਕੀ ਨਿਕਲਦੇ ਨੇ ਇਲੈਕਟ੍ਰੋਨਸ, ਸੌਰੀ -1E0। ਠੀਕ ਹੈ, ਜਾਂ ਤਾਂ ਆਪਣੇ ਕੋਲੇ ਪੋਜ਼ਿਟਰੋਨ ਨਿਕਲਦੇ ਆ ਜਾਂ ਫਿਰ ਆਪਣੇ ਕੋਲੇ
ਇਲੈਕਟ੍ਰੋਨਸ ਨਿਕਲਦੇ ਆ। ਗਾਮਾ ਦਾ ਤਾਂ ਆਪਾਂ ਬਿਲਕੁਲ ਸਿੰਪਲ ਫੰਡਾ ਕੀਤਾ ਸੀ। ਗਾਮਾ ਦੇ ਵਿੱਚ ਕੀ ਹੈਗਾ, ਜਦੋਂ ਮੇਰੇ ਸਿਸਟਮ ਦੇ ਵਿੱਚ ਪ੍ਰੋਡਕਟ ਬਣਿਆ, ਪ੍ਰੋਡਕਟ ਮੇਰਾ ਗਰਾਊਂਡ ਸਟੇਟ 'ਚ ਨਾ ਹੋ ਕੇ ਐਕਸਾਈਟਡ ਸਟੇਟ 'ਚ ਹੈ, ਅਤੇ ਜਦੋਂ ਉਹ ਐਕਸਾਈਟਡ ਸਟੇਟ 'ਚੋਂ ਗਰਾਊਂਡ ਸਟੇਟ 'ਚ ਆਊਗਾ ਤਾਂ ਉਹ ਕੀ ਕਰੂਗਾ, ਫੋਟੋਨਸ ਨੂੰ ਰਿਲੀਜ਼ ਕਰੂਗਾ ਇਨ ਫਾਰਮ ਆਫ ਐਨਰਜੀ। ਤਾਂ ਉਹਨਾਂ ਨੂੰ ਕੀ ਕਹਿ ਦਿੰਦੇ ਹੈਗੇ ਆ ਆਪਾਂ, ਗਾਮਾ ਰੇਜ਼। ਤਾਂ ਇਹ ਜਿਹੜੇ ਹੈਗੇ ਆ ਇਹ ਬਿਲਕੁਲ ਸਭ ਤੋਂ ਜ਼ਿਆਦਾ, ਅਗਰ ਮੈਂ ਸ਼ਾਰਟ ਦੀ ਗੱਲ ਕਰਾਂ, ਲੌਂਗੈਸਟ ਹਾਫ ਲਾਈਫ ਹੋਗੀ ਅਲਫਾ ਮੀਟਰ ਦੀ। ਜੇ ਮੈਂ ਸ਼ਾਰਟੈਸਟ ਲਾਈਫ ਕਰਾਂ ਤਾਂ ਉਹ ਕਿਹਦੀ ਹੋਊਗੀ, ਗਾਮਾ ਮੀਟਰ ਦੀ। ਕਿਉਂਕਿ ਜਦੋਂ ਮੇਰੇ ਕੋਲੇ ਪ੍ਰੋਡਕਟ ਦਾ ਜਿਹੜਾ ਨਿਊਕਲੀਅਸ ਹੈਗਾ ਉਹ ਐਕਸਾਈਟਡ ਸਟੇਟ 'ਚ ਪਿਆ, ਉਹਨੇ ਇਮੀਡੀਏਟਲੀ ਕੀ ਕਰਨਾ ਹੈ, ਰੇਡੀਏਸ਼ਨ ਨੂੰ ਇਮਿਟ ਆਊਟ ਕਰਨਾ ਹੈ ਅਤੇ ਗਰਾਊਂਡ ਸਟੇਟ 'ਚ ਆ ਜਾਣਾ। ਤਾਂ ਉਹ ਰੇਡੀਏਸ਼ਨ ਕਿਹਦੀ ਫਾਰਮ ਦੇ ਵਿੱਚ ਜਾਊਗੀ, ਉਹ ਰੇਡੀਏਸ਼ਨ ਜਾਊਗੀ ਫੋਟੋਨਸ ਦੀ ਫਾਰਮ ਦੇ ਵਿੱਚ, ਜਿਨ੍ਹਾਂ ਨੂੰ ਆਪਾਂ ਕੀ ਕਹਿ ਦਿੰਦੇ ਹੈਗੇ ਆ, ਗਾਮਾ ਰੇਜ਼। ਠੀਕ ਹੈ ਜੀ। ਨੈਕਸਟ ਕੁਐਸਚਨ ਕੀ ਆ ਗਿਆ, ਇਨ ਵਿਚ ਆਫ ਦ ਫੋਲੋਇੰਗ ਰੇਡੀਏਸ਼ਨ ਡਿਟੈਕਟਰਸ ਫਾਸਫੋਰਸ ਯੂਜ਼ ਹੁੰਦਾ ਹੈ। ਤਾਂ ਇਹ ਆਪਾਂ BSc ਦੇ ਵਿੱਚ ਵੀ ਪੜ੍ਹਿਆ ਹੈਗਾ ਕਿ ਜਿਹੜੇ ਆਪਣੇ ਕੋਲੇ ਸੈਂਟੀਲੀਟਰ ਕਾਊਂਟਰਸ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੀ ਹੈਗੀ ਆ ਫਾਸਫੋਰਸ ਯੂਜ਼ ਕੀਤੀ ਜਾਂਦੀ ਆ ਫॉर ਡਿਟੈਕਟਿੰਗ ਦ ਰੇਡੀਏਸ਼ਨ। ਉਸ ਤੋਂ ਬਾਅਦ ਕੀ ਆ, ਪਾਰਟੀਕਲਸ ਦੈਟ ਪਾਰਟੀਸਿਪੇਟ ਇਨ ਸਟਰੋਂਗ ਇੰਟਰੈਕਸ਼ਨਸ ਆਰ ਕਾਲਡ। ਤਾਂ ਹੁਣ ਇਹ ਵਾਲਾ ਜਿਹੜਾ ਕੁਐਸਚਨ ਹੈਗਾ ਆ ਤੁਹਾਡੇ ਕੋਲ ਅਟੋਮਿਕ ਦੇ ਵਿੱਚ ਹੈਗਾ ਆ। ਆਪਾਂ ਜਦੋਂ ਡਿਫਰੈਂਟ ਟਾਈਪ ਦੇ ਪਾਰਟੀਕਲਸ ਨੂੰ ਪੜ੍ਹਦੇ ਹਾਂ ਅਤੇ ਜਿਹੜੇ ਪਾਰਟੀਕਲਸ ਜਿਹੜੇ ਹੈਗੇ ਆ ਉਹ ਕੀ ਕਹਿੰਦੇ ਹੈਗੇ ਆ, ਸਟਰੋਂਗ ਇੰਟਰੈਕਸ਼ਨਸ ਦੇ ਵਿੱਚ ਜਿਹੜੇ ਪਾਰਟੀਸਿਪੇਟ ਕਰਦੇ ਆ ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਆ, ਉਹਨਾਂ ਨੂੰ ਆਪਾਂ ਕਹਿ ਦਿੰਦੇ ਆ ਹੈਡਰੋਨਸ। ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੈਗਾ ਆ, ਮੈਟਰ ਵੇਵਸ। ਹੁਣ ਆਪਾਂ ਮੈਟਰ ਵੇਵਸ ਦੀ ਗੱਲ ਕਰਦੇ ਹਾਂ ਤਾਂ ਮੈਟਰ ਵੇਵਸ ਉਹ ਕਹਿੰਦੇ ਆਰ ਲੌਂਗੀਟਿਊਡਨਲ ਹੁੰਦੀਆਂ ਨੇ, ਇਲੈਕਟ੍ਰੋਮੈਗਨੈਟਿਕ ਹੁੰਦੀਆਂ ਨੇ, ਆਲਵੇਜ਼ ਟਰੈਵਲ ਵਿਦ ਦ ਸਪੀਡ ਆਫ ਲਾਈਟ। ਤਾਂ ਹੁਣ ਦੇਖੋ, ਟਰੈਵਲ ਵਿਦ ਸਪੀਡ ਆਫ ਲਾਈਟ ਸਾਨੂੰ ਪਤਾ ਆ ਕਿ ਜਦੋਂ ਵੈਕਿਊਮ ਦੇ ਵਿੱਚ ਕੋਈ ਵੇਵ ਜਿਹੜੀ ਹੁੰਦੀ ਆ ਟਰਾਂਸਮਿਟ ਕਰਦੀ ਆ ਤਾਂ ਉਹ ਕੀ ਕਰਦੀ ਹੈਗੀ ਆ, ਉਹ ਸਪੀਡ ਆਫ ਲਾਈਟ ਦੇ ਨਾਲ ਟਰਾਂਸਮਿਟ ਕਰਦੀ ਹੈ। ਜਦੋਂ ਉਹ ਮਟੀਰੀਅਲ ਦੇ ਵਿੱਚ ਹੁੰਦੀ ਆ ਤਾਂ ਉਹਦੀ ਜਿਹੜੀ ਹੈਗੀ ਆ ਸਪੀਡ ਵੱਧਦੀ ਜਾਂ ਘਟਦੀ ਰਹਿੰਦੀ ਹੈ। ਤਾਂ ਮੈਟਰ ਵੇਵਸ ਜਿਹੜੀਆਂ ਹੈਗੀਆਂ ਉਹ ਆਲਵੇਜ਼ ਟਰੈਵਲ ਨਹੀਂ ਕਰਦੀਆਂ ਸਪੀਡ ਆਫ ਲਾਈਟ ਦੇ ਨਾਲ। ਠੀਕ ਹੈ। ਮੈਟਰ ਵੇਵਸ ਇਲੈਕਟ੍ਰੋਮੈਗਨੈਟਿਕ ਵੀ ਨਹੀਂ ਹੁੰਦੀਆਂ, ਜਿੱਦਾਂ ਲਾਈਟ ਹੈਗੀ ਆ, ਲਾਈਟ ਇੱਕ ਇਲੈਕਟ੍ਰੋਮੈਗਨੈਟਿਕ ਵੇਵ ਹੈਗੀ ਆ। ਠੀਕ ਹੈ। ਲੌਂਗੀਟਿਊਡਨਲ ਕੱਲਾ ਨਹੀਂ ਹੁੰਦਾ ਰਾਜੇ, ਲੈਟੀਟਿਊਡ ਅਤੇ ਲੌਂਗੀਟਿਊਡ ਦੋਨੋਂ ਤਰ੍ਹਾਂ ਦੇ ਜਿਹੜੇ ਹੈਗੇ ਆ, ਜਿੱਦਾਂ ਆਪਾਂ ਕਹਿਣੇ ਹੈਗੇ ਆ EX ਜਾਂ HY, ਤਾਂ ਉਸ ਦੇ ਵਿੱਚ ਜਿਹੜੇ ਹੈਗੇ ਆ ਵੇਵ ਦੇ ਵਿੱਚ ਤਿੰਨੋਂ ਡਾਇਰੈਕਸ਼ਨ ਦੇ ਵਿੱਚ ਫਲਕਚੁਏਸ਼ਨਸ ਹੁੰਦੀਆਂ ਰਹਿੰਦੀਆਂ। ਅਤੇ ਲਾਸਟ ਕੀ ਹੈਗਾ, ਸ਼ੋਅ ਕਰਦੀਆਂ ਨੇ ਡਾਇਫਰੈਕਸ਼ਨ। ਤਾਂ ਇਹ ਚੀਜ਼ ਨੂੰ ਜਿਹੜਾ ਹੈਗਾ ਆਪਾਂ ਕਾਫੀ ਵਾਰ ਸਟੱਡੀ ਵੀ ਕੀਤਾ ਹੈਗਾ ਕਿ ਮੈਟਰ ਵੇਵਸ ਜਿਹੜੀਆਂ ਹੈਗੀਆਂ, ਜਿੱਦਾਂ ਕੋਈ ਵੀ ਮੈਟਰ ਪਾਰਟੀਕਲ ਆ, ਮੰਨ ਲਓ ਇਲੈਕਟ੍ਰੋਨਸ ਹੈਗੇ ਆ, ਤਾਂ ਉਹਨਾਂ ਦੀ ਜਿਹੜੀ ਵੇਵ ਆ ਰਹੀ ਹੈ ਤਾਂ ਆਪਾਂ ਉਹਨਾਂ ਦੇ ਡਾਇਫਰੈਕਸ਼ਨ ਜਿਹੜੇ ਹੈਗੇ ਆ, ਐਕਸਪੈਰੀਮੈਂਟਸ ਪੜ੍ਹੇ ਹੈਗੇ ਆ, ਆਪਾਂ ਨੂੰ ਪਤਾ ਉਹ ਡਾਇਫਰੈਕਟ ਹੁੰਦੇ ਨੇ। ਤਾਂ ਇਹਦਾ ਸਹੀ ਆਪਸ਼ਨ ਕੀ ਹੈਗੀ ਆ ਆਪਣੇ ਕੋਲੇ, D ਆਪਸ਼ਨ। ਨੈਕਸਟ ਹੈਗਾ, ਵਿਚ ਆਫ ਦੀ ਫੋਲੋਇੰਗ ਮੂਵਿੰਗ ਵਿਦ ਸੇਮ ਵੈਲੋਸਿਟੀ ਔਨ ਵਿਚ ਹੈਜ਼ ਲਾਰਜੈਸਟ ਵੇਵਲੈਂਥ। ਤਾਂ ਆਪਾਂ ਨੂੰ ਪਤਾ ਹੈ ਇੱਥੇ ਵੈਲੋਸਿਟੀ ਕੀ ਹੈਗੀ ਆ, ਸੇਮ ਹੈਗੀ ਆ। ਠੀਕ ਹੈ। ਅਗਰ ਆਪਣੇ ਕੋਲੇ ਵੈਲੋਸਿਟੀ ਸੇਮ ਹੈਗੀ ਆ, ਆਪਾਂ ਕਰਨ ਦੀ ਕੀ ਕੋਸ਼ਿਸ਼ ਕਰ ਰਹੇ ਹਾਂ, ਆਪਾਂ ਕਿਹਾ ਕਿ ਕਿਹਦੀ ਜਿਹੜੀ ਹੈਗੀ ਆ ਲਾਰਜੈਸਟ ਵੇਵਲੈਂਥ ਹੋਊਗੀ। ਠੀਕ ਹੈ। ਤਾਂ ਆਪਾਂ ਨੂੰ ਪਤਾ ਆ ਲੈਮਡਾ ਦੀ ਵੈਲਿਊ ਕੀ ਹੁੰਦੀ ਆ ਆਪਣੇ ਕੋਲੇ, H/P। ਆਹ ਚੀਜ਼ ਆਪਾਂ ਹੁਣੇ ਕੀਤੀ ਹੈ। ਇਸ ਕੁਐਸਚਨ ਦੇ ਵਿੱਚ ਤੁਹਾਨੂੰ ਵੇਵਲੈਂਥ ਕੈਲਕੂਲੇਟ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ। ਠੀਕ ਹੈ। ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਇਸ ਕੁਐਸਚਨ 'ਚ। ਹੁਣ ਦੇਖੋ ਕਿੱਦਾਂ ਅੰਦਾਜ਼ਾ ਲਗਾਵਾਂਗੇ। ਆਪਣੇ ਕੋਲੇ ਜੇ ਮੈਂ ਇਹਨੂੰ ਲਿਖਾਂ, ਲੈਮਡਾ ਇਜ਼ ਇਕੁਅਲਸ ਟੂ H/M/V, ਆਹ ਗੱਲ ਹੋ ਗਈ। ਹੁਣ ਮੈਨੂੰ ਪਤਾ ਆ H ਮੇਰੇ ਕੋਲੇ ਪਲੈਂਕਸ ਕੌਂਸਟੈਂਟ ਹੈ, ਕੌਂਸਟੈਂਟ ਆ ਮਤਲਬ ਵੈਲੋਸਿਟੀ ਉਹ ਕਹਿ ਰਿਹਾ ਕਿ ਸਾਰਿਆਂ ਦੀ ਸੇਮ ਹੈ। ਠੀਕ ਹੈ। ਤਾਂ ਮਤਲਬ H ਵੀ ਵੇਰੀ ਨਹੀਂ ਕਰ ਰਿਹਾ, ਵੈਲੋਸਿਟੀ ਵੀ ਵੇਰੀ ਨਹੀਂ ਕਰ ਰਹੀ। ਕੱਲਾ ਵੇਰੀ ਕੀ ਕਰੂਗਾ, ਮਾਸ ਵੇਰੀ ਕਰੂਗਾ। ਤਾਂ ਮੈਨੂੰ ਇੱਦਾਂ ਲਿਖ ਸਕਦੀ ਹੈਗੀ ਹਾਂ ਕਿ ਲੈਮਡਾ ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ ਮਾਸ। ਠੀਕ ਹੈ। ਹੁਣ ਦੇਖੋ ਜਿੰਨਾ ਜ਼ਿਆਦਾ ਮਾਸ ਹੋਊਗਾ ਉਨਾ ਹੀ ਘੱਟ ਕੀ ਹੋਊਗਾ ਆਪਣੇ ਕੋਲੇ, ਲੈਮਡਾ ਹੋਊਗਾ। ਕਿਉਂ? ਕਿਉਂਕਿ ਰਿਲੇਸ਼ਨ ਕੀ ਹੈਗਾ ਇਹਦੇ 'ਚ, ਇਨਵਰਸਲੀ ਪ੍ਰਪੋਰਸ਼ਨਲ ਦੇ ਦੋਨੋਂ ਇੱਕ ਦੂਜੇ ਦੇ। ਤਾਂ ਹੁਣ ਜੇਕਰ ਮੇਰੇ ਕੋਲੇ ਮਾਸ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚੋਂ ਜੇ ਮੈਂ ਮਾਸ ਦੇ ਹਿਸਾਬ ਨਾਲ ਲਿਖਾਂ ਇਹਨਾਂ ਨੂੰ, ਤਾਂ ਜਿਹੜਾ ਮਾਸ ਆਫ ਇਲੈਕਟ੍ਰੋਨ ਹੈਗਾ ਆ, ਠੀਕ ਹੈ, ਉਹ ਲੈਸ ਦੈਨ ਹੈਗਾ ਮਾਸ ਆਫ ਪ੍ਰੋਟੋਨ ਦੇ, ਜਿਹੜਾ ਅਗੇਨ ਲੈਸ ਦੈਨ ਹੈਗਾ ਮਾਸ ਆਫ ਨਿਊਟਰੋਨ ਦੇ, ਜਿਹੜਾ ਅਗੇਨ ਲੈਸ ਦੈਨ ਹੈਗਾ ਮਾਸ ਆਫ ਅਲਫਾ ਪਾਰਟੀਕਲ ਦੇ। ਤਾਂ ਮਤਲਬ ਅਲਫਾ ਪਾਰਟੀਕਲ ਦਾ ਮਾਸ ਮੇਰੇ ਕੋਲ ਸਭ ਤੋਂ ਜ਼ਿਆਦਾ ਆ। ਅਗਰ ਉਹਦਾ ਮਾਸ ਸਭ ਤੋਂ ਜ਼ਿਆਦਾ ਹੈ ਤਾਂ ਉਹਦੀ ਵੇਵਲੈਂਥ ਕੀ ਹੋਊਗੀ, ਸਭ ਤੋਂ ਘੱਟ ਹੋਊਗੀ।
ਤੇ ਜੇ ਮੈਂ ਇਲੈਕਟ੍ਰੋਨ ਦੇ ਕੇਸ ਦੇ ਵਿੱਚ ਆ ਕੇ ਗੱਲ ਕਰਦੀ ਹਾਂ ਤਾਂ ਇਲੈਕਟ੍ਰੋਨ ਦਾ ਮਾਸ ਇੱਥੇ ਸਭ ਤੋਂ ਘੱਟ ਹੈ। ਅਗਰ ਉਹਦਾ ਮਾਸ ਘੱਟ ਹੈ ਤਾਂ ਉਹਦੀ ਵੇਵਲੈਂਥ ਕੀ ਹੋਊਗੀ, ਜ਼ਿਆਦਾ ਹੋਊਗੀ। ਤਾਂ ਇੱਥੋਂ ਹੀ ਆਪਾਂ ਕਹਿ ਸਕਦੇ ਹੈਗੇ ਆ ਕਿ ਜਿਹੜਾ ਇਲੈਕਟ੍ਰੋਨ ਹੈਗਾ ਆ ਉਹਦੀ ਵੇਵਲੈਂਥ ਕੀ ਹੋਊਗੀ, ਸਭ ਤੋਂ ਜ਼ਿਆਦਾ ਹੋਊਗੀ। ਕਿਉਂ? ਕਿਉਂਕਿ ਆਪਾਂ ਇੱਥੇ ਇਨਵਰਸ ਪ੍ਰੋਪੋਰਸ਼ਨੈਲਿਟੀ ਦਾ ਰਿਲੇਸ਼ਨਸ਼ਿਪ ਦੇਖਿਆ ਆ ਕਿ ਜਿੰਨਾ ਜ਼ਿਆਦਾ ਮਾਸ ਉਨੀ ਘੱਟ ਵੇਵਲੈਂਥ। ਤਾਂ ਇਲੈਕਟ੍ਰੋਨ ਦਾ ਮਾਸ ਸਭ ਤੋਂ ਘੱਟ ਹੈ ਤਾਂ ਉਹਦੀ ਵੇਵਲੈਂਥ ਕੀ ਹੋਊਗੀ, ਸਭ ਤੋਂ ਜ਼ਿਆਦਾ ਹੋਊਗੀ। ਉਸ ਤੋਂ ਬਾਅਦ ਆ ਗਿਆ ਦੀ ਅਨਸਰਟੇਨਿਟੀ ਰਿਲੇਸ਼ਨਸ਼ਿਪ ਕੈਨ ਨਾਟ ਬੀ ਹੋਲਡ। ਤਾਂ ਪੋਜੀਸ਼ਨ ਤੇ ਮੋਮੈਂਟਮ ਦਾ ਅਨਸਰਟੇਨਿਟੀ ਰਿਲੇਸ਼ਨਸ਼ਿਪ ਆਪਾਂ ਪੜ੍ਹਿਆ ਆ, ਡੈਲਟਾ ਐਕਸ ਡੈਲਟਾ ਪੀ ਐਕਸ ਐਚ ਬਾਰ ਬਾਈ 2, ਇਹ ਸਾਰਿਆਂ ਨੇ ਪੜ੍ਹਿਆ ਆ। ਐਨਰਜੀ ਦਾ, ਟਾਈਮ ਦਾ, ਹਾਂਜੀ ਇਹ ਵੀ ਪੜ੍ਹਿਆ ਆ, ਡੈਲਟਾ ਈ ਡੈਲਟਾ ਟੀ ਐਚ ਬਾਰ ਬਾਈ 2। ਉਸ ਤੋਂ ਬਾਅਦ ਹੈ ਲੀਨੀਅਰ ਮੋਮੈਂਟਮ ਦਾ ਤੇ ਐਂਗਲ ਦਾ। ਲੀਨੀਅਰ ਮੋਮੈਂਟਮ ਦਾ, ਉਸ ਤੋਂ ਬਾਅਦ ਹੈਗਾ ਐਂਗੂਲਰ ਮੋਮੈਂਟਮ ਤੇ ਐਂਗਲ ਦਾ। ਤਾਂ ਆਪਣੇ ਕੋਲੇ ਐਂਗੂਲਰ ਮੋਮੈਂਟਮ ਦੇ ਵਿੱਚ ਜਦੋਂ ਆਪਾਂ ਕਰਦੇ ਹੁੰਦੇ ਹਾਂ ਡੈਲਟਾ ਐਲ ਡੈਲਟਾ ਫਾਈ ਇਜ਼ ਇਕੁਅਲਸ ਟੂ ਐਚ ਬਾਰ ਬਾਈ 2, ਬਟ ਜਿਹੜਾ ਲੀਨੀਅਰ ਮੋਮੈਂਟਮ ਦਾ ਰਿਲੇਸ਼ਨਸ਼ਿਪ ਹੁੰਦਾ ਆ ਰਾਜੇ ਉਹ ਪੋਜੀਸ਼ਨ ਦੇ ਨਾਲ ਹੁੰਦਾ ਆ, ਨਾ ਕਿ ਐਂਗਲ ਦੇ ਨਾਲ। ਤਾਂ ਇਹਦੇ 'ਚੋਂ ਜਿਹੜਾ ਇਨਕਰੈਕਟ ਹੈਗਾ ਆ ਉਹ ਕਿਹੜਾ ਆ, ਲੀਨੀਅਰ ਮੋਮੈਂਟਮ ਐਂਡ ਐਂਗਲ। ਤਾਂ ਆਹ ਵਾਲਾ ਜਿਹੜਾ ਕੋਰਸ ਹੈਗਾ ਆ ਇਹ ਆਪਾਂ ਕੁਆਂਟਮ ਫਿਜ਼ਿਕਸ ਦੇ ਜਿਹੜਾ ਪਾਰਟ 1 ਜਦੋਂ ਆਪਾਂ ਕੁਆਂਟਮ ਮਕੈਨਿਕਸ ਨੂੰ ਸਟਾਰਟ ਕਰਾਂਗੇ ਆ ਸਾਰੇ ਰਿਲੇਸ਼ਨਸ਼ਿਪ ਜਿਹੜੇ ਹੈਗੇ ਆ ਡਿਸਕਸ ਕੀਤੇ ਜਾਣਗੇ, ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੈਗਾ, ਲੇਜ਼ਰ ਐਕਸ਼ਨ ਕਿਹੜੇ ਕੇਸ ਦੇ ਵਿੱਚ ਮੋਸਟ ਐਫੀਸ਼ੀਐਂਟ ਹੁੰਦਾ ਆ। ਤਾਂ ਲੇਜ਼ਰ ਐਕਸ਼ਨ ਦੇ ਵਿੱਚ ਆਪਾਂ ਕੀ ਕਹਿਣੇ ਹੁੰਦੇ ਆ, ਪੋਪੂਲੇਸ਼ਨ ਇਨਵਰਜਨ ਹੁੰਦੀ ਆ। ਪੋਪੂਲੇਸ਼ਨ ਇਨਵਰਜਨ ਦੀ ਡੈਫੀਨੇਸ਼ਨ ਕੀ ਹੈ ਕਿ ਅਗਰ ਮੈਂ ਗਰਾਊਂਡ ਸਟੇਟ ਦੇ ਉੱਤੋਂ ਕੁਛ ਕੁ ਜਿਹੜੇ ਹੈਗੇ ਇਲੈਕਟ੍ਰੋਨਸ ਨੂੰ ਜਾਂ ਕੁਛ ਜਿਹੜੇ ਐਟਮਸ ਹੈਗੇ ਉਹਨਾਂ ਨੂੰ ਐਕਸਾਈਟ ਕਰਕੇ ਹਾਇਰ ਸਟੇਟ 'ਤੇ ਭੇਜ ਰਹੀ ਹਾਂ ਤਾਂ ਉੱਥੇ ਕੀ ਹੈਗੀ ਆ, ਪੋਪੂਲੇਸ਼ਨ ਗਰਾਊਂਡ ਸਟੇਟ ਨਾਲੋਂ ਜ਼ਿਆਦਾ ਹੋਊਗੀ। ਤਾਂ ਜਿਹੜੇ ਸਿਸਟਮ ਦੇ ਵਿੱਚ ਪੋਪੂਲੇਸ਼ਨ ਇਨਵਰਜਨ ਸਭ ਤੋਂ ਜ਼ਿਆਦਾ ਹੁੰਦਾ ਉਹ ਸਿਸਟਮ ਲੇਜ਼ਰ ਐਕਸ਼ਨ ਕਰਨ ਲਈ ਸਭ ਤੋਂ ਜ਼ਿਆਦਾ ਐਪਰੋਪਰੀਏਟ ਹੁੰਦਾ। ਤੇ ਇੱਥੇ ਜਿਹੜਾ ਰਾਜੇ ਪੋਪੂਲੇਸ਼ਨ ਇਨਵਰਜਨ ਹੈਗਾ ਉਹ 4 ਲੈਵਲ ਸਿਸਟਮ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦਾ ਆ, ਠੀਕ ਹੈ। ਤਾਂ ਕਰਕੇ ਇਹ ਵਾਲਾ ਜਿਹੜਾ ਸਿਸਟਮ ਹੈਗਾ ਆ ਇਹ ਲੇਜ਼ਰ ਜਾਂ ਲੇਜ਼ਿੰਗ ਐਕਸ਼ਨ ਦੇ ਲਈ ਸਭ ਤੋਂ ਐਪਰੋਪਰੀਏਟ ਹੁੰਦਾ ਆ। ਨੈਕਸਟ ਹੈਗਾ ਹੀਲੀਅਮ ਨਿਓਨ ਲੇਜ਼ਰ। ਟ੍ਰਾਂਜ਼ਿਟਿੰਗ ਜਿਹੜੇ ਹੈਗੇ ਆ ਹੀਲੀਅਮ ਨਿਓਨ ਲੇਜ਼ਰ ਦਾ ਜਿਹੜੀ ਟ੍ਰਾਂਜੀਸ਼ਨ ਹੈਗੀ ਆ ਉਹ ਕਿੱਥੋਂ ਹੁੰਦੀ ਹੈਗੀ, 49 ਦਾ ਇਹ। ਤਾਂ ਹੀਲੀਅਮ ਨਿਓਨ ਦੇ ਜਦੋਂ ਐਨਰਜੀ ਲੈਵਲਸ ਦੀ ਗੱਲ ਕਰਦੇ ਹੈਗੇ ਆ ਤਾਂ ਹੀਲੀਅਮ ਤੇ ਨਿਓਨ ਦੇ ਜਿਹੜੇ ਲੈਵਲਸ ਹੁੰਦੇ ਆ ਉਹ ਆਲਮੋਸਟ ਸਿਮਿਲਰ ਹੁੰਦੇ ਆ, ਬਟ ਜਿਹੜੀ ਐਨਰਜੀ ਲੈਵਲ ਦੀ ਟ੍ਰਾਂਜੀਸ਼ਨ ਹੁੰਦੀ ਆ ਉਹ ਆਪਾਂ ਨਿਓਨ ਤੋਂ ਕਰਦੇ ਹਾਂ। ਤਾਂ ਇਹ ਲੇਜ਼ਰ ਵਾਲਾ ਐਕਸ਼ਨ ਜਿਹੜਾ ਹੈਗਾ ਇਹ ਆਪਾਂ ਡਿਸਕਰਾਈਬ ਕਰਾਂਗੇ ਇਹਨੂੰ ਸੋਲਿਡ ਸਟੇਟ ਫਿਜ਼ਿਕਸ ਦੇ ਵਿੱਚ। ਐਕਸਪਲੇਨੇਸ਼ਨ ਜਿਹੜੀ ਹੈਗੀ ਆ ਉਹਦੇ ਵਿੱਚ ਕੀ ਹੁੰਦਾ ਆ ਕਿ ਦੋਨਾਂ ਦੇ ਲੈਵਲ ਜਿਹੜੇ ਹੁੰਦੇ ਆ ਉਹ ਆਲਮੋਸਟ ਸੇਮ ਲੈਵਲ 'ਤੇ ਹੁੰਦੇ ਆ। ਤਾਂ ਆਪਣੇ ਕੋਲੇ ਕੀ ਕਰਦੇ ਆ, ਜਿਹੜੇ ਹੀਲੀਅਮ ਤੋਂ ਇਲੈਕਟ੍ਰੋਨਸ ਹੁੰਦੇ ਆ ਉਹ ਨਿਓਨ ਦੇ ਐਨਰਜੀ ਲੈਵਲ 'ਚ ਸ਼ਿਫਟ ਹੋ ਜਾਂਦੇ ਆ ਅਤੇ ਉਹ ਟ੍ਰਾਂਜੀਸ਼ਨ ਜਿਹੜੀ ਹੈਗੀ ਆ ਨਿਓਨ ਦੇ ਲੈਵਲਸ ਤੋਂ ਗਰਾਊਂਡ ਸਟੇਟ 'ਤੇ ਆਉਂਦੀ ਆ। ਤਾਂ ਜਿਹੜਾ ਲੇਜ਼ਰ ਵਾਲਾ ਐਕਸ਼ਨ ਹੁੰਦਾ ਉਹ ਨਿਓਨ ਵਾਲੇ ਸਿਸਟਮ ਦੇ ਵਿੱਚ ਹੁੰਦਾ ਹੈ। ਐਕਸਾਈਟ ਹੀਲੀਅਮਸ ਹੁੰਦੇ ਆ ਬਟ ਉਹ ਵਾਪਸ ਕਿੱਧਰ ਆਉਂਦੇ ਆ, ਨਿਓਨ ਦੇ ਸਿਸਟਮ ਦੇ ਵਿੱਚ। ਉਸ ਤੋਂ ਬਾਅਦ ਕੀ ਆ, ਮੋਸਟ ਕਾਮਨਲੀ ਯੂਜ਼ ਲੇਜ਼ਰ। ਤਾਂ ਆਪਣੇ ਨੂੰ ਪਤਾ ਆ ਕਿ ਜਿਹੜੀ ਆਪਣੇ ਗੱਲ ਕਰਦੇ ਹੈਗੇ ਆ ਹੀਲੀਅਮ ਨਿਓਨ ਲੇਜ਼ਰ ਦੀ ਹੀ, ਇਹ ਲੇਜ਼ਰ ਜਿਹੜੀ ਹੈਗੀ ਆ ਸਭ ਤੋਂ ਜ਼ਿਆਦਾ ਕਾਮਨਲੀ ਯੂਜ਼ ਕੀਤੀ ਜਾਂਦੀ ਆ। ਤਾਂ ਇਸ ਪਾਰਟ ਦੇ ਵਿੱਚ ਇੰਨਾ ਹੀ, ਠੀਕ ਹੈ। ਉਸ ਤੋਂ ਬਾਅਦ ਜਿਹੜੀ ਹੈਗੀ ਆਪਾਂ ਲੈਕਚਰ ਸੀਰੀਜ਼ ਜੋ ਸਟਾਰਟ ਕੀਤੀ ਹੋਈ ਹੈ ਜਿਹਦੇ ਵਿੱਚ ਆਪਾਂ ਅਟੋਮਿਕ ਤੇ ਪਾਰਟੀਕਲ ਫਿਜ਼ਿਕਸ ਜਿਹੜੀ ਹੈਗੀ ਸ਼ੁਰੂ ਕੀਤੀ ਹੈ ਰਾਜੇ। ਇਸ ਤੋਂ ਬਾਅਦ ਜਿਹੜਾ ਨੈਕਸਟ ਟੌਪਿਕ ਹੈਗਾ ਇਹਦੇ ਅਕੋਰਡਿੰਗ ਹੀ ਸ਼ੇਅਰ ਕੀਤਾ ਜਾਊਗਾ ਤੁਹਾਡੇ ਕੁਐਸਚਨ ਦੇ ਪੇਪਰ ਦੇ ਆਪਾਂ ਪੈਟਰਨ ਦੇ ਹਿਸਾਬ ਨਾਲ। ਦੈਟਸ ਆਲ ਫॉर ਟੁਡੇ। ਥੈਂਕ ਯੂ एवरीवन। ਬੰਦ ਨਾ ਹੋ ਜਾਵੇ।